ਉਹਨਾਂ ਦੇ ਅੰਦਰ ਪਹਿਲਾਂ ਆਰੰਭਤਾ ਦੇ ਅੰਦਰ 20 ਸਵਈਏ ਪੰਜਵੇਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਚਾਰਨ ਕੀਤੇ ਹੋਏ ਹਨ, ਜਿਨ੍ਹਾਂ ਦਾ ਸਿਰਲੇਖ ਹੈ ਸਵਈਏ ਸ੍ਰੀ ਮੁਖਵਾਕ ਮਹਲਾ ਪੰਜਵਾਂ। ਉਸ ਤੋਂ ਬਾਅਦ ਜਿਹੜਾ ਹੈ ਉਹ ਭੱਟਾਂ ਦੇ ਸਵਈਏ ਆਰੰਭ ਹੁੰਦੇ ਹਨ। ਗੁਰੂ ਅਰਜਨ ਪਾਤਸ਼ਾਹ ਦੇ ਜਿਹੜੇ 20 ਸਵਈਏ ਹਨ ਉਹ ਦੋ ਹਿੱਸਿਆਂ ਦੇ ਅੰਦਰ ਹਨ। ਪਹਿਲੇ ਸੰਗ੍ਰਹਿ ਦੇ ਅੰਦਰ 9 ਸਵਈਏ ਹਨ, ਜਿਨ੍ਹਾਂ ਦਾ ਵਿਸ਼ਾ ਸਤਿਗੁਰੂ ਮਹਿਮਾ ਹੈ, ਤੇ ਦੂਜੇ ਸੰਗ੍ਰਹਿ ਦੇ ਅੰਦਰ 11 ਸਵਈਏ ਹਨ, ਜਿਨ੍ਹਾਂ ਦੇ ਅੰਦਰ ਮਨੁੱਖਾ ਜਨਮ ਦਾ ਮਨੋਰਥ, ਮਨੁੱਖ ਦੀ ਜੋ ਦੁਨੀਆ ਦੇ ਵਿੱਚ ਹਾਲਤ ਹੈ, ਜੋ ਮਾਇਆ ਦੇ ਵਿੱਚ ਖਚਤ ਰਹਿ ਕੇ ਆਪਣੇ ਜੀਵਨ ਮਨੋਰਥ ਨੂੰ ਭੁੱਲ ਜਾਂਦਾ ਹੈ, ਉਸ ਨੂੰ ਝੰਜੋੜਿਆ ਹੈ, ਉਸ ਨੂੰ ਚੇਤਾਵਨੀ ਦਿੱਤੀ ਹੈ ਕਿ ਤੈਨੂੰ ਜੀਵਨ ਥੋੜੇ ਸਮੇਂ ਵਾਸਤੇ ਮਿਲਿਆ ਹੈ, ਮਾਇਆ ਦੇ ਕਲਜੱਗਣ ਵਿੱਚੋਂ, ਭਰਮ ਜਾਲ ਵਿੱਚੋਂ ਨਿਕਲ ਕੇ ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ 'ਚ ਵਸਾ, ਪਰਮਾਤਮਾ ਦੀ ਹੀ ਸ਼ਰਨ ਲੈ। ਇਸ ਕੰਮ ਦੇ ਵਿੱਚ ਜੋ ਹੈ ਉਹ ਗੁਰੂ ਤੇਰੀ ਸਹਾਇਤਾ ਕਰ ਸਕਦਾ ਹੈ, ਗੁਰੂ ਤੈਨੂੰ ਗਾਈਡ ਕਰ ਸਕਦਾ ਹੈ। ਹੁਣ ਜੋ ਅਗਲੇ 5 ਸੰਗ੍ਰਹਿ ਨੇ ਉਹਨਾਂ ਦੇ ਸਿਰਲੇਖ ਇਸ ਤਰੀਕੇ ਦੇ ਨਾਲ ਹਨ ਕਿ ਸਵਈਏ ਮਹੱਲੇ ਪਹਿਲੇ ਕੇ, ਜਿਨ੍ਹਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਬਿਆਨ ਕੀਤੀ ਗਈ ਹੈ। ਉਸ ਤੋਂ ਬਾਅਦ ਸਵਈਏ ਮਹੱਲੇ ਦੂਜੇ ਕੇ, ਫਿਰ ਸਵਈਏ ਮਹੱਲੇ ਤੀਜੇ ਕੇ, ਸਵਈਏ ਮਹੱਲੇ ਚੌਥੇ ਕੇ ਅਤੇ ਸਵਈਏ ਮਹੱਲੇ ਪੰਜਵੇਂ ਕੇ। ਇੱਕ ਇੱਕ ਗੁਰੂ ਵਿਅਕਤੀ ਦੇ ਨਾਮ ਲੈ ਕੇ ਉਹਨਾਂ ਦੀ ਵਡਿਆਈ ਕੀਤੀ ਗਈ ਹੈ, ਪਰ ਸਭ ਦੇ ਅੰਦਰ ਜੋ ਕੇਂਦਰੀ ਭਾਵ ਹੈ ਉਹ ਇਹੀ ਹੈ ਕਿ ਜੋ ਗੁਰੂ ਜੋਤ ਹੈ ਉਹ ਸਭ ਦੇ ਅੰਦਰ ਕਾਮਨ ਹੈ, ਇੱਕੋ ਹੀ ਹੈ। ਅਤੇ ਜਿਵੇਂ ਗੁਰੂ ਅਰਜਨ ਪਾਤਸ਼ਾਹ ਨੇ ਸਵਈਏ ਮੁਖਵਾਕ ਦੇ ਵਿੱਚ ਇਹ ਗੱਲ ਦ੍ਰਿੜਤਾ ਨਾਲ ਕਨਵੇ ਕੀਤੀ ਸੀ ਕਿ ਗੁਰੂ ਨਾਨਕ ਵਿੱਚ ਤੇ ਅਕਾਲ ਪੁਰਖ ਵਿੱਚ ਕੋਈ ਭਿੰਨ ਭੇਦ ਨਹੀਂ ਹੈ। ਗੁਰੂ ਨਾਨਕ ਦੇ ਅੰਦਰ ਪਰਮਾਤਮਾ ਦੀ ਜੋਤ ਹੈ, ਜੋ ਵਡਿਆਈਆਂ ਪਰਮਾਤਮਾ ਦੀਆਂ ਅਕਾਲ ਪੁਰਖ ਦੀਆਂ ਹਨ, ਉਹੀ ਗੁਣ ਉਹੀ ਵਡਿਆਈਆਂ ਗੁਰੂ ਨਾਨਕ ਪਾਤਸ਼ਾਹ ਦੀਆਂ ਵੀ ਹਨ। ਤੋ ਸਵਈਆਂ ਦੇ ਅੰਦਰ ਪਹਿਲੇ 4 ਸਵਈਆਂ ਦੇ ਵਿੱਚ ਚਾਰਾਂ ਦੇ ਅੰਤ ਦੇ ਉੱਤੇ ਗੁਰੂ ਸਾਹਿਬ ਨੇ ਸੇਮ ਪੰਕਤੀਆਂ ਰਿਪੀਟ ਕਰਕੇ ਇਹ ਗੱਲ ਬੜੇ ਸਟਰੋਂਗਲੀ ਕਨਵੇ ਕੀਤੀ ਕਿ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਣਾ, ਹਾਂ ਕਿ ਬਲ ਬਲ ਸਦ ਬਲਿਹਾਰ। ਇਹ ਗੁਰੂ ਨਾਨਕ ਪਰਮਾਤਮਾ ਦੇ ਦਰ ਦੇ ਉੱਤੇ ਪਰਮਾਤਮਾ ਦੇ ਬਰਾਬਰ ਹੈ, ਸਮਾਨ ਹੈ, ਪ੍ਰਵਾਨ ਹੋ ਗਿਆ ਹੈ। ਗੁਰੂ ਨਾਨਕ ਤੋਂ ਤਾਂ ਕੇਵਲ ਸਦਕੇ ਹੀ ਜਾਇਆ ਜਾ ਸਕਦਾ ਹੈ। ਉਹ ਇਹੀ ਥੀਮ ਜਿਹੜਾ ਹੈ ਇਹਨਾਂ ਭੱਟਾਂ ਦੇ ਸਵਈਆਂ ਦੇ ਵਿੱਚ ਵੀ ਸਾਹਮਣੇ ਨਜ਼ਰ ਆਏਗਾ। ਤੋ ਅੱਜ ਅਸੀਂ ਹੁਣ ਜੋ ਹੈ ਸਵਈਏ ਮਹੱਲੇ ਪਹਿਲੇ ਕੀ ਦੀ ਵਿਚਾਰ ਕਰਦੇ ਹਾਂ। ਇਹ ਗਿਣਤੀ ਦੇ ਵਿੱਚ 10 ਹਨ। तो पहला सवैया है सवैया महले पहले के एक ओंकार सतगुर प्रसाद, एक मन पुरख ध्याए बरदाता, एक मन पुरख ध्याए बरदाता, संत सहार सदा बिख्याता, दास चरण लै हृदय बसाऊं, तो परम गुरु नानक गुण गाऊं। एक मन तो भाव की है, मन दे अंदर एकाग्रता करके एक मन एक चित होके पुरख ध्याए बरदाता, उस पुरख नूं अकाल पुरख नूं ध्यान करा, उसका ध्यान करा जो वरदाता है, बख्शिशां देन वाला है। गुरु अर्जन पातशाह ने भी जो सवैयां की आरंभता की सी तां पहला उन्होंने आरंभता की अकाल पुरख की सिफत सलाह तो, अकाल पुरख की वडियाई तो, फिर उस तो बाद जाके गल की कि अकाल पुरख के गुण गुरु नानक के गुणों के समान हैं। गुरु नानक भी जो है अकाल पुरख का ही रूप है। तो भट्ट कल सहार जी भी जोड़े हैं पहली पंक्ति के विच सिफत सलाह जो कर रहे हैं, ध्यान करने की गल कर रहे हैं अकाल पुरख की। तो एक मन पुरख ध्याए बरदाता, तो मैं एकाग्रचित होके उस अकाल पुरख का ध्यान करदा हाँ जो बरदाता है, बख्शिशा करने वाला है। संत सहार सदा विख्याता, वो परमात्मा संतां का सहारा है,
ਅਤੇ ਸਦਾ ਵਿਖਿਆਤ ਹੈ। ਵਿਖਿਆਤ ਇਹ ਲਫ਼ਜ਼ ਸੰਸਕ੍ਰਿਤ ਦੇ ਵਿੱਚੋਂ ਆਇਆ ਹੈ। ਵਿਖਿਆਤ ਅੱਜ ਦੀ ਹਿੰਦੀ ਭਾਸ਼ਾ ਵਿੱਚ ਵੀ ਇਹ ਲਫ਼ਜ਼ ਆਮ ਵਰਤੋਂ ਵਿੱਚ ਆਉਂਦਾ ਹੈ। ਵਿਖਿਆਤ ਦਾ ਭਾਵ ਹੁੰਦਾ ਹੈ ਜਿਹੜਾ ਪ੍ਰਤੱਖ ਹੈ, ਸਭ ਨੂੰ ਜਿਹਦੇ ਬਾਰੇ ਪਤਾ ਹੈ, ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਉਹ ਇੱਥੇ ਵੀ ਇਸੇ ਸੈਂਸ ਵਿੱਚ ਹੀ ਇਸਤੇਮਾਲ ਹੋਇਆ ਵਿਖਿਆਤ, ਵਿਖਿਆਤਾ, ਯਾਨੀ ਕਿ ਪ੍ਰਗਟ ਹੈ, ਸਭ ਦੇ ਧਿਆਨ ਵਿੱਚ ਹੈ, ਸਭ ਨੂੰ ਹਾਜ਼ਰ ਨਾਜ਼ਰ ਨਜ਼ਰ ਆ ਰਿਹਾ ਹੈ। ਉਹ ਪਰਮਾਤਮਾ ਦੀ ਸਿਫਤ ਕਰਦੇ ਹੋਏ ਭੱਟ ਖਾਲਸਾ ਜੀ ਕਹਿੰਦੇ ਹਨ ਕਿ ਮੈਂ ਇਕਾਗਰਚਿਤ ਹੋ ਕੇ ਉਸ ਪਰਮਾਤਮਾ ਦਾ ਧਿਆਨ ਆਪਣੇ ਹਿਰਦੇ ਵਿੱਚ ਧਰਦਾ ਹਾਂ, ਜੋ ਬਖਸ਼ਿਸ਼ਾਂ ਦਾ ਦਾਤਾ ਹੈ, ਸੰਤਾਂ ਦਾ ਆਸਰਾ ਹੈ ਅਤੇ ਪ੍ਰਤੱਖ ਹੈ, ਹਾਜ਼ਰ ਨਾਜ਼ਰ ਹੈ। ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਮੈਂ ਉਸ ਅਕਾਲ ਪੁਰਖ ਦੇ ਚਰਨ ਆਪਣੇ ਹਿਰਦੇ ਵਿੱਚ ਟਿਕਾਉਂਦਾ ਹਾਂ। ਬਸਾਵੋ, ਬਸਾਉਂਦਾ ਹਾਂ, ਟਿਕਾਉਂਦਾ ਹਾਂ। ਹੁਣ ਗੱਲ ਹੋ ਰਹੀ ਹੈ ਹਿਰਦੇ ਦੇ ਅੰਦਰ ਚਰਨ ਬਸਾਉਣ ਦੀ। ਕੱਲ ਵੀ ਇਹ ਐਕਸਪ੍ਰੈਸ਼ਨ ਆਇਆ ਸੀਗਾ, ਤਾਂ ਉੱਥੇ ਵੀ ਅਸੀਂ ਇਹ ਗੱਲ ਵਿਚਾਰ ਕੀਤੀ ਸੀ ਕਿ ਇਹ ਫਿਜ਼ੀਕਲੀ ਚਰਨ ਬਸਾਉਣ ਦੀ ਗੱਲ ਨਹੀਂ ਹੋ ਰਹੀ। ਨਾ ਹੀ ਇਹ ਮੁਮਕਿਨ ਹੈ ਕਿ ਅਸੀਂ ਕਿਸੇ ਦੇ ਚਰਨ ਲੈ ਕੇ ਆਪਣੇ ਹਿਰਦੇ ਦੇ ਅੰਦਰ ਟਿਕਾ ਦਈਏ ਸਰਜਰੀ ਕਰਕੇ। ਤੇ ਨਾ ਹੀ ਪਰਮਾਤਮਾ ਦੇ ਕੋਈ ਚਰਨ ਹਨ ਜਿਸ ਸੈਂਸ ਵਿੱਚ ਅਸੀਂ ਆਮ ਇਨਸਾਨਾਂ ਦੇ ਚਰਨਾਂ ਦੀ, ਪੈਰਾਂ ਦੀ ਗੱਲ ਕਰਦੇ ਹਾਂ। ਪਰਮਾਤਮਾ ਨਿਰਾਕਾਰ ਹੈ। ਪਰਮਾਤਮਾ ਦਾ ਕੋਈ ਰੂਪ ਰੰਗ ਆਕਾਰ ਨਹੀਂ ਹੈ, ਕੋਈ ਰੇਖ ਨਹੀਂ ਹੈ, ਕੋਈ ਉਸਦੇ ਨੈਣ ਨਹੀਂ ਹਨ, ਕੋਈ ਨੈਣ ਨਕਸ਼ ਨਹੀਂ ਹੈ, ਕੋਈ ਉਹਦੇ ਸਰੀਰ ਦੇ ਅੰਗ ਨਹੀਂ ਹਨ। तो फिर परमात्मा के चरणों के गल बाणी च बार बार जो आती है उस तो भाव की है, तो ਉਹਦਾ ਭਾਵਾਤਮਕ अर्थ ही लेना है ਜਿਹਦਾ ਭਾਵ ਹੁੰਦਾ ਹੈ। ਜੇ ਇਸ ਨੂੰ ਸਮਝਣਾ ਹੋਵੇ ਤੇ ਇਉਂ ਸਮਝ ਲਵੋ ਕਿ ਕੋਈ ਵੀ ਇਨਸਾਨ ਜਦੋਂ ਖੜਾ ਹੁੰਦਾ ਹੈ ਤਾਂ ਉਹ ਆਪਣੇ ਚਰਨਾਂ ਦੇ ਆਧਾਰ ਦੇ ਉੱਤੇ ਖੜਾ ਹੁੰਦਾ ਹੈ। ਉਹਦਾ ਸਾਰਾ ਭਾਰ ਉਹਦੇ ਚਰਨਾਂ ਦੇ, ਉਹਦੇ ਪੈਰਾਂ ਦੇ ਉੱਤੇ ਹੁੰਦਾ ਹੈ। ਉਹ ਚਰਨ ਜਿਹੜੇ ਹਨ ਉਹਦੀ ਹੋਂਦ ਦੀ, ਉਹਦੀ ਹੈਸੀਅਤ ਦੇ ਆਧਾਰ ਹਨ ਜਿਨ੍ਹਾਂ ਦੇ ਸਹਾਰੇ ਤੇ ਉਹ ਖੜੋਤਾ ਹੈ। ਇਸ ਕਰਕੇ ਚਰਨ ਕੀ ਹਨ ਜਿਨ੍ਹਾਂ ਦੇ ਸਹਾਰੇ ਤੇ ਕੋਈ ਖੜਾ ਹੈ। ਉਹ ਜ਼ਿੰਦਗੀ ਦੇ ਵਿੱਚ ਜਿਸ ਆਧਾਰ ਦੇ ਉੱਤੇ ਜ਼ਿੰਦਗੀ ਚੱਲਦੀ ਹੈ, ਜਿਨ੍ਹਾਂ ਅਸੂਲਾਂ ਤੇ, ਜਿਨ੍ਹਾਂ ਨਿਯਮਾਂ ਦੇ ਆਧਾਰ ਦੇ ਉੱਤੇ ਕਿਸੇ ਦੀ ਜ਼ਿੰਦਗੀ ਚੱਲਦੀ ਹੈ, ਉਹ ਮਾਨੋ ਉਹਦੀ ਜ਼ਿੰਦਗੀ ਦੇ ਚਰਨ ਹਨ। ਉਹ ਪਰਮਾਤਮਾ ਦੇ ਚਰਨ ਕੀ ਹਨ? ਜੋ ਪਰਮਾਤਮਾ ਦੀ ਰਜ਼ਾ ਹੈ, ਜੋ ਪਰਮਾਤਮਾ ਦੀ ਸਿੱਖਿਆ ਹੈ, परमात्मा की जो 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 नियम परमात्मा के बनाए हुए हैं, जो परमात्मा की रजा है, वही परमात्मा के चरण हैं। जो परमात्मा के गुण वडियाइयां हैं वही परमात्मा के चरण हैं। किसी भी इंसान की होंद जिहड़ी है ਉਹਦੀ ਕੁਆਲਿਟੀਜ਼ ਤੋਂ ਹੀ ਡਿਟਰਮਿਨ ਹੁੰਦੀ ਹੈ। ਜੋ ਪਰ ਕਿਸੇ ਇਨਸਾਨ ਦੇ ਗੁਣ ਹੁੰਦੇ ਹਨ ਉਹਦੀ ਹਸਤੀ ਉਹਨਾਂ ਗੁਣਾਂ ਦੇ ਆਧਾਰ ਦੇ ਉੱਤੇ ਹੀ ਨਿਯਤ ਕੀਤੀ ਜਾਂਦੀ ਹੈ। ਤਾਂ ਪਰਮਾਤਮਾ ਦੀ ਹੋਂਦ, ਪਰਮਾਤਮਾ ਦੀ ਹਸਤੀ ਵੀ ਉਹਦੇ ਗੁਣਾਂ ਦੇ ਉੱਤੇ ਹੀ ਆਧਾਰਿਤ ਹੈ। तो परमात्मा का आधार परमात्मा के चरण ਦੀਆਂ ਵਡਿਆਈਆਂ ਉਹਦੇ ਗੁਣ ਹਨ। तो जिस ਵੇਲੇ ਅਸੀਂ ਗੱਲ ਕਰਦੇ ਹਾਂ ਕਿ ਪਰਮਾਤਮਾ ਦੇ ਚਰਨ ਅਸੀਂ ਆਪਣੇ ਹਿਰਦੇ 'ਚ ਵਸਾਈਏ, ਉਹਦਾ ਭਾਵਾਤਮਕ ਅਰਥ, ਉਹਦੇ ਭਾਵ ਅਰਥ ਇਹ ਹੁੰਦਾ ਹੈ ਕਿ ਪਰਮਾਤਮਾ ਦੇ ਗੁਣਾਂ ਨੂੰ, ਪਰਮਾਤਮਾ ਦੀ ਵਡਿਆਈਆਂ ਨੂੰ ਅਸੀਂ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ। ਭਾਵ ਸਾਡੀ ਸੁਰਤ ਦੇ ਅੰਦਰ, ਸਾਡੀ ਸੋਚ ਦੇ ਅੰਦਰ ਪਰਮਾਤਮਾ ਦੇ ਗੁਣ ਜਿਹੜੇ ਹਨ ਉਹ ਪੱਕੇ ਤੌਰ ਦੇ ਉੱਤੇ ਟਿਕੇ ਰਹਿਣ, हर वक्त साढ़े ध्यान में रहन। साढ़े हिरदे के अंदर किहड़ी चीज़ टिकी हुंदी है जो हमेशा साढ़े ध्यान में हुंदी है। उन्होंने सानू किसी किताब तो रैफर नहीं, किसी डायरी तो लभना नहीं पैंदा, साड़ी याद का परमानेंट हिस्सा हुंदा है। मैनूं जो कोई पूछे कि तेरे पिता जी का की नाम है, तो मैं कोई अपनी डायरी या नोटबुक लभ के थोड़ा वेखन जावांगा कि मेरे पिता जी का नाम की है। वो तो मेरे चेते विच मेरी सोच का परमानेंट हिस्सा है, तो मैं इमीडिएटली जवाब दे सकता। कोई मैंने पूछे कि तेरा नाम की है, तो मैंने अपना नाम कह किसी डायरी चो थोड़ा लभना पेगा, मैंने पता है मेरा नाम की है। तो जिन्ना ये पर्सनल इंफॉर्मेशन मेरी याद का, मेरी परमानेंट सोच का हिस्सा है, तिवें ही मेरी परमानेंट सोच का हिस्सा परमात्मा के गुण ते परमात्मा की वडियाइयां बन जान, तो मानो परमात्मा के चरण मेरे हृदय में टिक गए। सो तो भट्ट खालसार जी इत्थे कहंदे हन कि तास चरण ले हृदय बसाओ, मैं उस परमात्मा के चरण अपने हृदय में टिकाना हाँ, तो परम गुरु नानक गुण गाओ।
इस तरीके ਦੇ ਨਾਲ ਉਸ ਪਰਮਾਤਮਾ ਦੀ ਵਡਿਆਈਆਂ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ, ਕਿਉਂਕਿ ਗੁਰੂ ਨਾਨਕ ਦੀ ਵਡਿਆਈਆਂ ਵੀ ਉਹੀ ਹਨ ਜੋ ਪਰਮਾਤਮਾ ਦੀ ਵਡਿਆਈਆਂ ਹਨ, ਤਾਂ ਮੈਂ ਇਹਨਾਂ ਵਡਿਆਈਆਂ ਦੀ ਬਰਕਤ ਦੇ ਨਾਲ, ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾਉਣ ਦੀ ਬਰਕਤ ਦੇ ਨਾਲ ਉਸ ਪਰਮ ਗੁਰੂ ਨਾਨਕ ਦੇ ਗੁਣ ਗਾਉਂਦਾ ਹਾਂ, ਉਹਨਾਂ ਨੂੰ ਬਿਆਨ ਕਰਦਾ ਹਾਂ। ਪਰਮ ਦਾ ਅਰਥ ਕੀ ਹੁੰਦਾ? ਸਭ ਤੋਂ ਵੱਡਾ। ਆਮ ਤੌਰ ਤੇ ਦੁਨਿਆਵੀ ਤੌਰ ਦੇ ਉੱਤੇ ਅਸੀਂ ਕਿਸ ਲਈ ਕਹਿੰਦੇ ਹਾਂ ਨਾ, ਕੋਈ ਬੰਦਾ ਸੰਤ ਹੈ, ਕੋਈ ਮਹਾਸੰਤ ਹੈ, ਕੋਈ ਫਿਰ ਪਰਮ ਸੰਤ ਹੈ, ਤੋ ਗੁੱਡ, ਬੈਟਰ ਤੇ ਬੈਸਟ, ਜਿਵੇਂ ਉਸ ਕੈਟੇਗਰੀ ਦੇ ਵਿੱਚ ਪਰਮ ਜਿਹੜਾ ਹੈ ਸਭ ਤੋਂ ਉੱਤਮ ਹੈ। ਸਾਡੇ ਦੇਸ਼ ਦੇ ਅੰਦਰ ਵੀ ਕਈ ਸਾਰੇ ਅਵਾਰਡ ਦਿੱਤੇ ਜਾਂਦੇ ਹਨ, ਵੀਰ ਚੱਕਰ, ਮਹਾਵੀਰ ਚੱਕਰ ਤੇ ਪਰਮਵੀਰ ਚੱਕਰ। तो परमवीर ਚੱਕਰ ਜਿਹੜਾ ਸਭ ਤੋਂ ਵੱਡਾ ਹੈ। तो परम ਉਹ ਜੋ ਸਭ ਤੋਂ ਉੱਚਾ ਹੈ, ਸਭ ਤੋਂ ਵੱਡਾ ਹੈ। तो परम ਗੁਰੂ ਨਾਨਕ ਹੈ ਜੋ ਸਭ ਤੋਂ ਵੱਡਾ ਸਤਿਗੁਰੂ ਨਾਨਕ। ਉਸੇ ਸੈਂਸ ਵਿੱਚ ਭੱਟ ਖਾਲਸਾ ਆਰਜ ਵੀ ਕਹਿੰਦੇ ਹਨ ਕਿ ਪਰਮਾਤਮਾ ਦੀ ਗੁਣ ਵਡਿਆਈਆਂ ਮੈਂ ਆਪਣੇ ਹਿਰਦੇ 'ਚ ਵਸਾ ਲਵਾਂ, ਤਾਂ ਹੀ ਮੈਂ ਉਸ ਪਰਮ ਗੁਰੂ ਨਾਨਕ ਦੇ ਗੁਣ ਗਾ ਸਕਦਾ ਹਾਂ, ਗਾਉਂਦਾ ਹਾਂ, ਉਹਨਾਂ ਦਾ ਬਿਆਨ ਕਰਦਾ ਹਾਂ। ਉਹ ਪਹਿਲੇ ਸਵਈਏ ਦੇ ਅੰਦਰ ਜੋ ਸਵਈਏ ਮਹੱਲੇ ਪਹਿਲੇ ਕੇ, ਜਿਨ੍ਹਾਂ ਦਾ ਕੇਂਦਰੀ ਵਿਸ਼ਾ ਹੈ ਸਤਿਗੁਰੂ ਨਾਨਕ ਜੀ ਦੀ ਵਡਿਆਈ। ਭੱਟ ਖਾਲਸਾ ਆਰਜ ਜੀ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ, ਜੋ ਬਖਸ਼ਿਸ਼ਾਂ ਦਾ ਦਾਤਾ ਹੈ, ਸੰਤਾਂ ਦਾ ਸਹਾਰਾ ਹੈ, ਸਭ ਥਾਈਂ ਹਾਜ਼ਰ ਨਾਜ਼ਰ ਹੈ, ਮੈਂ ਉਸ ਦੇ ਗੁਣਾਂ ਨੂੰ ਆਪਣੇ ਹਿਰਦੇ 'ਚ ਵਸਾ ਕੇ ਪਰਮ ਗੁਰੂ ਨਾਨਕ ਜੀ ਦੇ ਗੁਣ ਗਾਇਨ ਕਰਦਾ ਹਾਂ। दूसरा सवैया है जो इसे लड़ी में अगे चल रहा है और इसे विषय ਨੂੰ ਅੱਗੇ ਵਧਾਉਂਦਾ ਹੈ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵੇ ਗੰਭੀਰ ਧੀਰ ਮਤ ਸਾਗਰ, जोगी जंगम ध्यान धरे, गावे इंद्राद भगत प्रहलादिक, आत्म रस जिन जानियो, कब कल सुजस गावो गुरु नानक, राज योग जिन माने। एक गल जिहड़ी है वो बड़े स्पष्ट तौर के उत्ते इन्हां सवैयां दे विच नज़र आती है। भट्ट लोग जिहड़े आए हन उन्हां दा पिछोकड़ की सीगा, वो ब्राह्मण जात सरस्वत जात दे ब्राह्मण सन ਅਤੇ ਵੈਦਿਕ ਸ਼ਾਸਤਰਾਂ ਆਦਿਕ ਦਾ ਗਿਆਨ ਉਹਨਾਂ ਨੂੰ ਸੀ। ਹਿੰਦੂ ਮਤ ਦੇ ਜਿਹੜੇ ਧਾਰਮਿਕ ਗ੍ਰੰਥ ਹਨ ਉਹਨਾਂ ਦਾ ਕਾਫੀ ਗਿਆਨ ਉਹਨਾਂ ਨੂੰ ਸੀ। ਉਹਨਾਂ ਦੇ ਮਨਾਂ ਦੇ ਅੰਦਰ ਉਹ ਜੋ ਪੁਰਾਣਿਕ ਕਹਾਣੀਆਂ, ਜੋ ਰੈਫਰੈਂਸਿਸ ਦੇਵੀ ਦੇਵਤਿਆਂ ਦੇ ਬਾਰੇ, ਹੋਰ ਜੋ ਧਾਰਮਿਕ ਹਸਤੀਆਂ ਹਨ ਹਿੰਦੂ ਮਤ ਦੀਆਂ, ਉਹ ਸਾਰੀਆਂ ਉਹਨਾਂ ਦੀ ਯਾਦ ਦਾ ਹਿੱਸਾ ਸਨ, ਉਹਨਾਂ ਦੇ ਗਿਆਨ ਦਾ ਪੱਕਾ ਹਿੱਸਾ ਸਨ। ਤੇ ਉਹਨਾਂ ਦੀ ਆਮ ਵਰਤੋਂ ਵਿਹਾਰ ਵਿੱਚ, ਗੱਲਬਾਤ ਦੇ ਵਿੱਚ ਉਹਨਾਂ ਚੀਜ਼ਾਂ ਦਾ ਰੈਫਰੈਂਸ ਸਹਿਜ ਹੀ ਆਉਂਦਾ ਸੀਗਾ। ਅੱਜ ਵੀ ਅਸੀਂ ਆਪਣੇ ਸਮਾਜ ਵਿੱਚ ਦੇਖਦੇ ਹਾਂ ਕਿ ਜਿਹੜਾ ਸਾਡਾ ਗੁਆਂਢੀਆਂ ਦਾ ਸਨਾਤਨ ਮਤ ਦਾ ਧਾਰਨੀਆਂ ਦਾ ਜੋ ਧਰਮ ਹੈ, ਉਹਨਾਂ ਦੀ ਬੋਲਚਾਲ ਦੇ ਵਿੱਚ ਇੰਦਰ ਦੇਵਤੇ ਦੀ ਗੱਲ, ਸ਼ਿਵ ਜੀ ਦੀ ਗੱਲ, ਬ੍ਰਹਮੇ ਦੀ, ਵਿਸ਼ਨੂੰ ਦੀ, ਇਹਨਾਂ ਦੇ ਰੈਫਰੈਂਸਿਸ ਆਮ ਆਉਂਦੇ ਹੀ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਮਨਾਂ 'ਚ ਇਹ ਗੱਲਾਂ ਬੈਠੀਆਂ ਹੋਈਆਂ ਹਨ ਕਿ ਇੰਦਰ ਦੇਵਤਾ ਬਾਰਿਸ਼ ਦਾ ਦੇਵਤਾ ਹੈ, ਉਹ ਦੇਵਤਿਆਂ ਦਾ ਰਾਜਾ ਹੈ, ਤੇ ਜਾਂ ਬ੍ਰਹਮਾ ਜੀ ਜਿਹੜੇ ਹਨ ਸਭ ਨੂੰ ਪੈਦਾ ਕਰਨ ਵਾਲੇ ਹਨ, ਵਿਸ਼ਨੂੰ ਜੀ ਸਭ ਦੀ ਪਾਲਣਾ ਕਰਨ ਵਾਲੇ ਹਨ, ਸ਼ਿਵ ਜੀ ਸੰਘਾਰ ਕਰਨ ਵਾਲੇ ਹਨ। ਇਹ ਗੱਲਾਂ ਬਚਪਨ ਤੋਂ ਹੀ ਉਹਨਾਂ ਦੇ ਮਨਾਂ ਦੇ ਅੰਦਰ ਟਿਕ ਜਾਂਦੀਆਂ ਹਨ, ਤਾਂ ਉਹਨਾਂ ਦੀ ਆਮ ਬੋਲਚਾਲ ਦੇ ਅੰਦਰ ਵੀ ਆ ਜਾਂਦੀਆਂ ਹਨ। ਤਾਂ ਇਹੀ ਸਾਰਾ ਗਿਆਨ, ਇਹ ਵਾਲੇ ਜਿਹੜੇ ਵੀ ਵਿਚਾਰ ਜਿਹੜੇ ਸਨ, ਇਹਨਾਂ ਭੱਟਾਂ ਦੇ ਮਨਾਂ ਦੇ ਵਿੱਚ ਵੀ ਸ਼ੁਰੂ ਤੋਂ ਹੀ ਟਿਕੇ ਹੋਏ ਸਨ। ਜਦੋਂ ਗੁਰੂ ਦਰਬਾਰ ਵਿੱਚ ਆ ਕੇ ਉਹਨਾਂ ਨੇ ਗੁਰੂ ਦਰਬਾਰ ਦੀ ਮਹਿਮਾ ਦੇਖੀ, ਗੁਰੂ ਅਰਜਨ ਪਾਤਸ਼ਾਹ ਦਾ ਸਹਿਜ ਵਾਲਾ ਸੁਭਾਅ, ਉਹਨਾਂ ਦਾ ਧੀਰਜ ਦੇਖਿਆ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ, ਤੇ ਉਸ ਮੌਕੇ ਤੇ ਉਹਨਾਂ ਦੇ ਵੱਡੇ ਭਰਾਤਾ ਪ੍ਰਿਥੀ ਚੰਦ ਨੇ ਉਹਨਾਂ ਦਾ ਬਹੁਤ ਵਿਰੋਧ ਕੀਤਾ, ਕਾਫੀ ਕਲੇਸ਼ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਉਸ ਸਾਰੇ ਮਾਹੌਲ ਦੇ ਅੰਦਰ ਵੀ ਗੁਰੂ ਅਰਜਨ ਪਾਤਸ਼ਾਹ ਨੇ ਜੋ ਧੀਰਜ, ਜੋ ਸਹਿਜ ਦਿਖਾਇਆ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਸ ਸਾਰੀ ਸਿਚੁਏਸ਼ਨ ਨੂੰ ਹੈਂਡਲ ਕੀਤਾ, ਉਸ ਸਭ ਕੁਝ ਤੋਂ ਉਹ ਬੜੇ ਪ੍ਰਭਾਵਿਤ ਹੋਏ। ਤੇ ਇਹ ਜੋ ਗੁਰੂ ਸਾਹਿਬਾਨ ਦੀ ਮਹਿਮਾ ਦੇ ਵਿੱਚ ਫਿਰ ਸਵਈਏ ਹਨ, ਇਹ ਵੀ ਉਹਨਾਂ ਨੇ ਉਸ ਤੋਂ ਬਾਅਦ ਹੀ ਗੁਰੂ ਦਰਬਾਰ ਦੇ ਵਿੱਚ ਉਚਾਰਨ ਕੀਤੇ, ਉਹਨਾਂ ਪ੍ਰਭਾਵਾਂ ਦੇ ਆਧਾਰ ਦੇ ਉੱਤੇ, ਉਹਨਾਂ ਪ੍ਰਭਾਵਾਂ ਨੂੰ ਗ੍ਰਹਿਣ ਕਰਕੇ ਕਿ ਵੀ ਜੋ ਗੁਰੂ ਦੀ ਵਡਿਆਈਆਂ ਉਹਨਾਂ ਨੇ ਦੇਖੀਆਂ। ਪਰ ਵਡਿਆਈ ਕਰਨ ਵੇਲੇ ਹਮੇਸ਼ਾ ਇਨਸਾਨ ਕੁਝ ਚੀਜ਼ਾਂ
ਕੰਪੇਅਰ ਕਰਕੇ ਵਡਿਆਈ ਕਰਦਾ ਹੈ। ਅਸੀਂ ਕਹਿਣਾ ਹੋਵੇ ਵੀ ਕੋਈ ਚੀਜ਼ ਨਾ ਬਹੁਤ ਹੀ ਕਲੀਅਰ ਚਿੱਟੇ ਰੰਗ ਦੀ ਹੈ, ਅਸੀਂ ਕਈ ਕੀ ਕਹਿੰਦੇ ਹਾਂ ਜੀ ਇਹ ਚੰਨ ਵਰਗੀ ਚਿੱਟੀ ਹੈ, ਇਹ ਦੁੱਧ ਵਰਗੀ ਚਿੱਟੀ ਹੈ। ਤਾਂ ਕੀ ਕਰਦੇ ਹਾਂ ਅਸੀਂ, ਉਸ ਚਿੱਟੇ ਰੰਗ ਨੂੰ ਅਸੀਂ ਚੰਦਰਮਾ ਦੇ ਨਾਲ, ਚੰਦਰਮਾ ਦੀ ਚਾਨਣੀ ਦੇ ਨਾਲ ਜਾਂ ਦੁੱਧ ਦੇ ਸਫੈਦੀ ਦੇ ਨਾਲ ਅਸੀਂ ਕੰਪੇਅਰ ਕਰਦੇ ਹਾਂ ਕਿ ਜਿੰਨਾ ਇਹ ਦੁੱਧ ਚਿੱਟਾ ਹੁੰਦਾ ਨਾ ਉਨਾ ਹੀ ਇਹ ਚਿੱਟਾ ਹੈ। ਉਹ ਇਹ ਇੱਕ ਤਰੀਕਾ ਹੁੰਦਾ ਹੈ ਕਿ ਬਈ ਬੰਦਿਆਂ ਨੂੰ ਪਤਾ ਹੀ ਹੈ, ਦੁੱਧ ਸਾਰੇ ਵਰਤਦੇ ਹਨ, ਸਭ ਨੂੰ ਪਤਾ ਹੈ ਦੁੱਧ ਕਿੰਨਾ ਚਿੱਟਾ ਹੁੰਦਾ ਹੈ। ਤੇ ਇਸ ਕਰਕੇ ਜਦੋਂ ਦੁੱਧ ਵਰਗਾ ਚਿੱਟਾ ਅਸੀਂ ਕਵਾਂਗੇ ਤੇ ਇੱਕ ਇੰਪ੍ਰੈਸ਼ਨ ਦਿਮਾਗ ਦੇ ਅੰਦਰ ਬੈਠ ਜਾਂਦਾ, ਹਾਂ ਵੀ ਇਹ ਚੀਜ਼ ਬੜੀ ਚਿੱਟੀ ਹੈ, ਮੈਲ ਤੋਂ ਰਹਿਤ ਹੈ, ਇਹਦੇ ਵਿੱਚ ਕੋਈ ਡਲ ਨਹੀਂ, ਕਲਰ ਨਹੀਂ ਹੈ, ਸ਼ੇਡ ਨਹੀਂ ਹੈ, ਇਹਦੇ ਅੰਦਰ ਕੋਈ ਪਿਲਤਨ ਨਹੀਂ ਹੈ। तो जो पुराने विचार साडे मनां 'ਚ बैठे ਹੁੰਦੇ ਹਨ, ਉਹਨਾਂ ਦੇ ਨਾਲ ਜਦੋਂ ਅਸੀਂ ਕੰਪੇਅਰ ਕਰਕੇ ਕਿਸੇ ਦੀ ਵਡਿਆਈ ਕਰਦੇ ਹਾਂ ਤਾਂ ਉਹ ਆਈਡੀਆ ਛੇਤੀ ਹੀ ਸਹਿਜ ਨਾਲ ਹੀ ਸਾਨੂੰ ਕਨਵੇ ਹੋ ਜਾਂਦਾ ਹੈ। ਕਿਸੇ ਦੀ ਬਹਾਦਰੀ ਦੀ ਗੱਲ ਕਰਨੀ ਹੋਵੇ ਤਾਂ ਅਸੀਂ ਕੀ ਕਹਿੰਦੇ ਹਾਂ, ਇਹ ਤਾਂ ਸ਼ੇਰ ਮਰਦ ਹੈ, ਸ਼ੇਰ ਵਰਗਾ ਬਹਾਦਰ ਹੈ। ਤਾਂ ਸਾਡੇ ਮਨਾਂ ਦੇ ਵਿੱਚ ਬਚਪਨ ਤੋਂ ਹੀ ਸ਼ੇਰ ਦੀ ਬਹਾਦਰੀ ਦੇ, ਉਹਦੀ ਤਾਕਤ ਦੇ ਜੋ ਹਨ ਗੁਣ ਬੈਠੇ ਹੋਏ ਹੁੰਦੇ ਹਨ। ਤਾਂ ਸ਼ੇਰ ਦੇ ਨਾਲ ਕੰਪੇਅਰ ਕੀਤਾ ਜਾਵੇ ਤਾਂ ਸਾਨੂੰ ਸਮਝ ਆ ਜਾਂਦੀ ਹੈ ਕਿ ਇਹ ਬੰਦਾ ਵਾਕਈ ਬਹਾਦਰ ਹੈ, ਲੜਾਈ ਦੇ ਮੈਦਾਨ ਵਿੱਚ ਇਹ ਹਾਰ ਮੰਨਣ ਵਾਲਾ ਨਹੀਂ ਹੈ। ਤਾਂ ਇਸੇ ਲਈ ਅਸੀਂ ਕਿਸੇ ਦੀ ਵਡਿਆਈ ਕਰਨੀ ਹੋਵੇ, ਉਹਨੂੰ ਬਹਾਦਰ ਕਹਿਣਾ ਹੋਵੇ, ਜਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਤਾਂ ਸ਼ੇਰੇ ਪੰਜਾਬ ਕਹਿੰਦੇ ਹੀ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵੀ ਇਹ ਪੰਜਾਬ ਦਾ ਸ਼ੇਰ ਹੈ, ਬੜੇ ਬਹਾਦਰ ਹੈ, ਇਹ ਲੜਾਈ ਦੇ ਮੈਦਾਨ ਦੇ ਵਿੱਚ ਬੜੇ ਆਪਣੇ ਸੂਰਮ ਗਤੀ ਦੇ ਜੌਹਰ ਦਿਖਾਉਣ ਵਾਲਾ ਬੰਦਾ ਹੈ। ਤਾਂ ਇਹੀ ਢੰਗ ਇਹਨਾਂ ਭੱਟਾਂ ਨੇ ਵੀ ਅਪਣਾਇਆ। ਤਾਂ ਜਿਹਨਾਂ ਸਵਈਆਂ ਦੇ ਅੰਦਰ ਤੁਹਾਨੂੰ ਥਾਂ ਥਾਂ ਤੇ ਪੁਰਾਣਕ ਹਸਤੀਆਂ ਦੇ, ਪੁਰਾਣੇ ਦੇਵੀ ਦੇਵਤਿਆਂ ਦੇ ਜਿਹੜੇ ਹਨ ਰੈਫਰੈਂਸਿਸ ਮਿਲਣਗੇ। ਤੇ ਫਿਰ ਜਦੋਂ ਇਹਨਾਂ ਨੇ ਗੱਲ ਕਰਨੀ ਹੈ ਗੁਰੂ ਨਾਨਕ ਦੀ ਵਡਿਆਈ ਕਰਨ ਦੀ, ਜਦੋਂ ਅਸੀਂ ਕਿਸੇ ਵਿਅਕਤੀ ਨੂੰ ਕਹਿਣਾ ਹੋਵੇ ਕਿ ਇਹ ਸਭ ਤੋਂ ਉੱਚਾ ਹੈ, ਤਾਂ ਅਸੀਂ ਕੀ ਕਰਦੇ ਹਾਂ ਕਿ ਦੂਜੇ ਉਹਨਾਂ ਲੋਕਾਂ ਦਾ ਰੈਫਰੈਂਸ ਦਿੰਦੇ ਹਾਂ ਜਿਨ੍ਹਾਂ ਨੂੰ ਦੁਨੀਆ ਉੱਚਾ ਮੰਨਦੀ ਹੈ, ਜਿਨ੍ਹਾਂ ਨੂੰ ਦੁਨੀਆ ਵੱਡਾ ਮੰਨਦੀ ਹੈ, ਤੇ ਅਸੀਂ ਉਹਨਾਂ ਦਾ ਨਾਮ ਲੈ ਕੇ ਕਹਿੰਦੇ ਹਾਂ ਕਿ ਇਹ ਵੀ ਤਾਂ ਉਹਦੀ ਵਡਿਆਈ ਕਰਦਾ ਹੈ। ਭਾਵ ਜੇ ਇੰਦਰ ਦੇਵਤਾ ਗੁਰੂ ਨਾਨਕ ਦੀ ਵਡਿਆਈ ਕਰਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਦੀ ਹਸਤੀ ਜਿਹੜੀ ਹੈ ਉਹ ਇੰਦਰ ਤੋਂ ਵੀ ਉੱਚੀ ਹੈ। ਜੇ ਬ੍ਰਹਮਾ, ਸ਼ਿਵ ਜੀ ਤੇ ਆਪਣਾ ਵਿਸ਼ਨੂੰ ਜੀ ਵੀ ਅਗਰ ਗੁਰੂ ਨਾਨਕ ਦੇਵ ਜੀ ਦੀ ਉਸਤਤੀ ਗਾਇਨ ਕਰ ਰਹੇ ਹਨ ਤਾਂ ਗੁਰੂ ਨਾਨਕ ਦੀ ਹਸਤੀ ਇਹਨਾਂ ਦੇਵਤਿਆਂ ਤੋਂ ਵੀ ਉੱਚੀ ਹੈ। ਉਹ ਇਹ ਟੈਕਨੀਕ ਭੱਟਾਂ ਨੇ ਬਹੁਤ ਜ਼ਿਆਦਾ ਇਹਨਾਂ ਸਵਈਆਂ ਦੇ ਅੰਦਰ ਵਰਤੀ ਹੈ। ਤੇ ਆਮ ਸਵਈਆਂ ਦੇ ਅੰਦਰ ਉਹਨਾਂ ਨੇ ਕਈ ਸਾਰੇ ਧਾਰਮਿਕ ਹਸਤੀਆਂ ਦਾ ਜ਼ਿਕਰ ਕਰਕੇ ਤੇ ਇਹ ਗੱਲ ਆਖੀ ਹੈ ਕਿ ਵੀ ਇਹ ਵੀ ਗੁਰੂ ਨਾਨਕ ਦੇ ਗੁਣ ਗਾਉਂਦੇ ਹਨ। ਹੁਣ ਸੋਚਣ ਵਾਲੀ ਗੱਲ ਹੈ, ਇਸ ਸਵਈਏ ਦੇ ਅੰਦਰ ਵੀ ਜਿਵੇਂ ਜ਼ਿਕਰ ਆਏਗਾ ਤਾਂ ਉਹਨਾਂ ਹਸਤੀਆਂ ਦਾ ਵੀ ਆਏਗਾ ਜਿਹੜੇ ਸਤਜੁਗ ਦੇ ਅੰਦਰ ਕਹੇ ਜਾਂਦੇ ਹੋਏਗਾ। ਹੁਣ ਜਿਵੇਂ ਭਗਤ ਪ੍ਰਹਿਲਾਦ ਦੀ ਗੱਲ ਅੱਗੇ ਇਸੇ ਸਵਈਏ 'ਚ ਆ ਰਹੀ ਹੈ। ਉਹ ਭਗਤ ਪ੍ਰਹਿਲਾਦ ਦੀ ਜੋ ਕਹਾਣੀ ਹੈ ਉਹ ਤਾਂ ਸਤਜੁਗ ਯੁੱਗ ਦੇ ਵਿੱਚ ਅੰਦਰ ਹੋਇਆ ਦੱਸਿਆ ਜਾਂਦਾ ਹੈ। ਤੇ ਭੱਟ ਇੱਥੇ ਕਹਿ ਰਹੇ ਹਨ ਕਿ ਜੀ ਪ੍ਰਹਿਲਾਦ ਵੀ ਗੁਰੂ ਨਾਨਕ ਦੇ ਗੁਣ ਗਾ ਰਿਹਾ ਹੈ। ਤਾਂ ਉਹ ਕਿਵੇਂ ਗੁਣ ਗਾ ਰਿਹਾ ਹੈ? ਉਦੋਂ ਤਾਂ ਗੁਰੂ ਨਾਨਕ ਦੇਵ ਜੀ ਦਾ ਅਜੇ ਪ੍ਰਕਾਸ਼ ਵੀ ਨਹੀਂ ਸੀ ਹੋਇਆ। ਤਾਂ ਇਹ ਕੋਈ ਕੰਟਰਾਡਿਕਸ਼ਨ ਨਹੀਂ ਹੈ, ਇਹ ਇੱਕ ਸਿਰਫ ਗੱਲ ਨੂੰ ਕਨਵੇ ਕਰਨ ਦਾ, ਇੱਕ ਮੈਸੇਜ ਦੇਣ ਦਾ ਢੰਗ ਤਰੀਕਾ ਹੈ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਜਪਜੀ ਦੇ ਅੰਦਰ ਜੋ ਗਾਵੇ ਦੀ ਸੋਦਰ ਦੀ ਜਿਹੜੀ ਪੌੜੀ ਹੈ ਉਹਦੇ ਅੰਦਰ ਕੀ ਜ਼ਿਕਰ ਕੀਤਾ ਹੈ ਕਿ ਅਕਾਲ ਪੁਰਖ ਦੀ ਵਡਿਆਈ ਕਿਵੇਂ ਹੈ। ਗਾਵੇਂ ਤੁਧਨੋਂ ਪੌਣ ਪਾਣੀ ਬੈਸੰਤਰ, ਕਿ ਹੈ ਪ੍ਰਮਾਤਮਾ ਤੈਨੂੰ ਹਵਾ, ਪਾਣੀ ਤੇ ਅੱਗ ਵੀ ਤੇਰੇ ਗੁਣ ਗਾ ਰਹੇ ਹਨ। ਹੁਣ ਕੋਈ ਜਿਹੜਾ ਲੌਜਿਕ ਦੇ ਸਹਾਰੇ ਗੱਲ ਕਰਨ ਵਾਲਾ ਬੰਦਾ, ਦਲੀਲ ਦੇ ਸਹਾਰੇ ਗੱਲ ਕਰਨ ਵਾਲਾ ਬੰਦਾ ਆਖੇਗਾ ਜੀ ਹਵਾ ਕਿਵੇਂ ਗੁਣ ਗਾ ਸਕਦੀ ਹੈ, ਪਾਣੀ ਗੁਣ ਕਿਵੇਂ ਗਾ ਸਕਦਾ ਹੈ, ਅੱਗ ਕਿਵੇਂ ਗੁਣ ਗਾ ਸਕਦੀ ਹੈ। ਇਸ ਗੱਲ ਨੂੰ ਸਿਰਫ ਭਾਵਾਤਮਕ ਤਰੀਕੇ ਨਾਲ ਸਮਝਣਾ ਹੁੰਦਾ ਹੈ, ਉਹਦਾ ਭਾਵ ਦੇਖਣਾ ਹੁੰਦਾ ਹੈ। ਕੋਈ ਚੀਜ਼ ਕਿਸੇ ਦੇ ਗੁਣ ਕਿਵੇਂ ਗਾਉਂਦੀ ਹੈ, ਮੈਂ ਕਿਸੇ ਦੂਜੇ ਵਿਅਕਤੀ ਦੇ ਗੁਣ ਗਾਵਾਂ ਤਾਂ ਉਹਦਾ ਕੀ ਭਾਵ ਹੈ ਕਿ ਮੈਂ ਉਹਨੂੰ ਆਪਣੇ ਤੋਂ ਜ਼ਿਆਦਾ ਸਿਆਣਾ, ਆਪਣੇ ਤੋਂ ਚੰਗਾ ਸਮਝਦਾ ਹਾਂ, ਤਾਂ ਹੀ ਮੈਂ ਉਹਦੇ ਗੁਣ ਬਿਆਨ ਕਰਾਂਗਾ। ਤੇ ਜੇ ਮੇਰੇ ਚੰਗੇ ਮੰਨਣ ਦਾ ਸਬੂਤ ਕੀ ਹੋਏਗਾ ਕਿ ਜਿਹੜੀ ਗੱਲ ਉਹ ਮੈਨੂੰ ਆਖੇ ਉਹ ਮੈਂ ਖਿੜੇ ਮੱਥੇ ਪ੍ਰਵਾਨ ਕਰ ਲਵਾਂ। ਜੇ ਮੈਂ ਆਪਣੇ ਟੀਚਰ ਨੂੰ ਆਪਣੇ ਤੋਂ ਸਿਆਣਾ ਸਮਝਦਾ ਹਾਂ ਤਾਂ ਮੈਨੂੰ ਆਪਣੇ ਟੀਚਰ ਦੀ ਗੱਲ, ਇੰਸਟਰਕਸ਼ਨਸ ਮੰਨ ਲੈਣੀਆਂ ਚਾਹੀਦੀਆਂ ਹਨ। ਜੇ ਟੀਚਰ ਮੈਨੂੰ ਕੋਈ ਗਾਈਡੈਂਸ ਦੇਵੇ ਤੇ ਮੈਂ ਉਹਨੂੰ ਮੰਨਣਾ ਹੀ ਨਾ, ਸਿਰਫ ਇਹ ਕਹੀ ਜਾਵਾਂ ਮੇਰਾ ਟੀਚਰ ਬੜਾ ਸਿਆਣਾ, ਮੇਰਾ ਟੀਚਰ ਬੜਾ ਸਿਆਣਾ, ਗੱਲ ਮੈਂ ਉਹਦੀ ਕੋਈ ਮੰਨਾਂ ਨਾ, ਤੇ ਮੇਰਾ ਉਹ ਟੀਚਰ ਨੂੰ ਸਿਆਣਾ ਕਹਿਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ।
तो मेरा टीचर की वडियाई करना, टीचर ਨੂੰ ਸਿਆਣਾ ਕਹਿਣ ਦਾ ਭਾਵ ਇਹ ਹੈ ਕਿ ਜੋ ਗਾਈਡੈਂਸ ਮੈਨੂੰ ਟੀਚਰ ਦੇ ਰਿਹਾ ਹੈ ਉਹਨੂੰ ਮੈਂ ਸਿਰ ਮੱਥੇ ਪ੍ਰਵਾਨ ਕਰਦਾ ਹਾਂ। तो इसे तरह ही मेरे गुण गान तो भाव की है कि मैं ਉਹਦੀ ਹੁਕਮ ਦੇ ਅਧੀਨ ਆਪਣੇ ਆਪ ਨੂੰ ਕਰ ਲੈਂਦਾ ਹਾਂ, ਉਹਦੀ ਸਿੱਖਿਆ ਦੇ ਅਨੁਕੂਲ ਆਪਣੀ ਸੋਚ ਨੂੰ ਬਣਾ ਲੈਂਦਾ ਹਾਂ। तो जे पौन पानी ते बसंतर परमात्मा की रजा के अनुकूल चलते हैं, परमात्मा के हुक्म के अधीन चलते हैं, तो मानो वो परमात्मा के गुण ही गा रहे हैं। सो उस सेंस दे विच गुरु नानक पातशाह ने जपजी विच भी आख्या, गावन पौन पानी बसंतर गावे राजा धर्म द्वारे, धर्म राज भी द्वार ते खड़ा होके तेरे गुण गा रहा है। तो ये एक कविता का ढंग होंदा है कि जिहदे असीं वडियाई करनी है, ਉਹਦੀ ਵਡਿਆਈ ਅਸੀਂ ਦੂਜੇ ਵੱਡੇ ਮੰਨੇ ਜਾਂਦੇ ਬੰਦਿਆਂ ਦੇ ਮੂੰਹੋਂ ਕਰਾ ਕੇ ਤੇ ਆਪਣੀ ਇਸ਼ਟ ਦੀ ਵਡਿਆਈ ਨੂੰ ਹੋਰ ਵੱਡਾ ਕਰਕੇ ਪੇਸ਼ ਕਰਦੇ ਹਨ। तो यही टेक्निक जो है इतने भट्ट खालसा जी वरत रहे हैं। गावों गुण परम गुरु सुख सागर, दुर्त निवारण शब्द सरे। मैं गुण गांदा हाँ उस परम गुरु नानक देव जी दे, गावों गुण मैं गुण गांदा हाँ परम गुरु सुख सागर, परम गुरु नानक देव जी दे जो सुखां दे सागर हैं। दुर्त निवारण शब्द सरे, दुर्त कहते हैं पाप, ते निवारण का अर्थ होता है जो दूर करना या नाश करना। जिवें गुरुद्वारा है, गुरुद्वारा दुख निवारण, ਉਹਦਾ ਕੀ अर्थ है कि इत्थे दुखों का निवारण होता है, दुखों को दूर किया जाता है, दुखों का नाश हो जाता है। तो दुर्त निवारण पापों का निवारण, पापों का नाश हो जाना। तो गुरु नानक ऐसे परम गुरु हैं जिहड़े सुखां दे सागर हैं, पापों को दूर करने वाले हैं अते शब्द का सर हैं। सर मैंने शब्द का सोमा, शब्द उपदेश बाणी दे सोमे हैं, बाणी उन्हां दे राही सानू प्राप्त हुंदी है। फिर अगली उन्होंने पंक्ति च उन्होंने वडियाई करदे होया कहते हैं, गावे गंभीर धीर मत सागर, जोगी जंगम ध्यान धरे। ऐसे गुरु नानक नू जोगी जंगम ध्यान धर के गांदे हैं अते वो लोग भी गांदे हैं जिहड़े गंभीर हैं, जिहड़े धीरजवान हैं। गावे ये प्लूरल दी क्रिया है, बहुवचन की क्रिया है। गावों जिहड़ी सी वो फर्स्ट पर्सन की एक वचन की क्रिया सी। गावों गुण मैं गाउंदा हाँ गुण, गावों ये एक वचन की क्रिया है, मैं गाउंदा हाँ। गावे ये बहुवचन की क्रिया है, गांदे हैं। कौन गांदे हैं? वो लोग जिहड़े गंभीर हैं, जिहड़े धीरज वाले हैं, जिहड़े जिन्हां दे कोल मत दा समुंदर है, भाव उच्ची मत वाले हैं, जिहड़े जोगी हैं, जंगम हैं, ते जिहड़े उस पर ये सब जोड़े हैं वो गुरु नानक का ही ध्यान करके उन्होंने गुण गाते हैं। तो ये भट्ट खालसार जी का ढंग है गुरु नानक की सिफत करन दा कि मैं तो गुण गांदा ही गांदा हाँ गुरु नानक दे, पर ये लोग भी जिहड़े बड़े गंभीर हैं, जिहड़े धीरजवान हैं, जिहड़े उच्ची मत वाले हैं, जोगी हैं, जंगम हैं, ये भी गुरु नानक का ही ध्यान धरते हैं। अगली पंक्ति कहते हैं, गावे इंद्राद भगत प्रहलादिक, आत्म रस जिन जानी। गावे गाउंदे हैं, ते फिर बहुवचन की क्रिया है इंद्राद, ये दो लफ्ज़ों की संधि तो बनया है लफ्ज़ इंदर जमा आद, इंदर आदिक। इंदर आद देवते, इंदर तो देवतियों का राजा है ही, तो इंदर आद लफ्ज़ जब आया तो इसका मतलब है इंदर ते होर देवते भी, ये सारा एज ए ग्रुप। गावे इंद्राद भगत प्रहलादिक, भगत प्रहलादिक भी है, ये भी दो लफ्ज़ों की संधि है प्रहलाद आदिक। प्रहलाद ਅਤੇ आदिक मिला के बन गया प्रहलादिक। प्रहलाद भगत ते गांदा ही है, ਉਹਦੇ ਵਰਗੇ ਹੋਰ ਵੀ ਕਈ ਭਗਤ ਹਨ, ਉਹ ਵੀ ਗੁਰੂ ਨਾਨਕ ਦੇ ਗੁਣ ਗਾਉਂਦੇ ਹਨ। ਆਤਮ ਰਸ ਜਿਨ ਜਾਣਿਆ, ਉਹ ਗੁਰੂ ਨਾਨਕ ਦੇ ਗੁਣ ਦੀ ਮਹਿਮਾ ਕਿਸ ਤਰੀਕੇ ਕਰਦੇ ਹਨ? ਇਸ ਤਰੀਕੇ ਕਹਿ ਕੇ ਕਰਦੇ ਹਨ ਕਿ ਗੁਰੂ ਨਾਨਕ ਨੇ ਜਿਸਨੇ ਕਿ ਆਤਮ ਰਸ ਨੂੰ, ਆਤਮਕ ਆਨੰਦ ਨੂੰ ਜਾਣਿਆ ਹੈ। ਗੁਰੂ ਨਾਨਕ ਦੀ ਵਡਿਆਈ ਕਰਦੇ ਹਨ ਇੰਦਰ ਆਦਿਕ देवते, प्रहलाद आदि भगत गुरु नानक की वडियाई ये गा के करते हैं कि उस गुरु नानक ने आत्म रस जिन, जिन लफ्ज़ गुरु नानक वास्ते आया है, जिस गुरु नानक ने आत्म रस जानिया है, आत्मक आनंद नूं जिन्हें जानिया है, महसूस किया है, इंदर आदिक देवते
ਤੇ ਪ੍ਰਹਿਲਾਦ ਆਦਿਕ ਭਗਤ ਵੀ ਉਸ ਗੁਰੂ ਨਾਨਕ ਦੀ ਮਹਿਮਾ ਗਾਇਨ ਕਰਦੇ ਹਨ। तो इसलिए कब कल सुजस गावों गुरु नानक राज जोग जिन मानियो। ये कवि कल सहार कवि का नाम है। तो कल शॉर्ट फॉर्म में अपना नाम यूज करता है। कब का बब्बे नूं सिहारी, एक कवि लफज वास्ते कब लफज आया है। कवि कल सुजस गावों, सुजस का अर्थ की जस का अर्थ होता है सिफत वडियाई, सुजस चंगे गुण गांदा हन। कल कवि सुजस गावों गुरु नानक, मैं कवि कल गुरु नानक दे चंगे गुण गांदा हाँ, सोहने गुण गांदा हाँ, क्योंकि उस गुरु नानक ने राज जोग जिन मानो, जिस गुरु नानक ने राज जोग मानिया है। ये इन्हां भट्टां दे वास्ते ने एक बड़ी हैरानी वाली गल सी। जिस बैकग्राउंड तो ये लोग आए सन, इन्हां नूं यही समझ सी कि भाई या बंदा दुनियादार हो सकता है तो या बंदा सन्यासी हो सकता है। जे किसी ने धार्मिक होना है तो उन्हें दुनिया छड्डनी पएगी, जे दुनिया 'च रहना है तो धर्म की गल भुलनी पएगी। उन्हां नूं ये गल उन्हां दी समझ 'च ही नहीं सी आंदी कि दुनिया 'च रह के भी बंदा धर्मी हो सकता है। गुरु दरबार में आके उन्होंने गुरु पातशाह की जो देखा कि जो गुरु गृहस्थी है ते जो उन्होंने आचरण देखा, जो व्यवहार देखा, जो उन्होंने महिमा उन्होंने देखी, वडियाइयां देखी, तो उन्होंने वास्ते बड़ी हैरानी वाली गल सी। उन्होंने अपने लिटरेचर के अंदर केवल तो केवल राजे जनक का ही सिर्फ जो है रैफरेंस ऐसा पढ़िया होया सी, जिहड़ा राजा हुंदा होया भी धर्मी राजा सी, जिन्हों भगत भी मन्निया जाता सी। जनक राजे नूं राजा भी मनते सन ते भगत भी मनते सन। ये इकलौती मिसाल सी उन्होंने पुराने लिटरेचर के अंदर। पर इत्थे प्रतख देख के वो लोग बड़े हैरान रह गए कि बई कलयुग के जिहड़ा उन्होंने मुताबिक कलयुग का समा है, उस कलयुग के समय के अंदर भी कोई गृहस्थी हुंदियां होइयां भी इतने उच्चे आचरण का, इतनी उच्ची आत्मक अवस्था का मालक हो सकता है। तो ये राज और योग जिहड़ा इकट्ठा होना उन्होंने वास्ते एक बहुत हैरानीजनक गल सी। तो बार बार ये शब्दावली जो है इन्हां भट्टां दे सवैयां सानूं मिलेगी, जिथे वो गुरु पातशाह नूं कहणगे भी ये तुसीं राज योग मान रहे हो, या गुरु साहब की तुलना विच वो कहणगे कि तुसीं तां जनक राज वरताया है, जनक वर्गा राज तुसीं कर रहे हो। तो क्योंकि उन्होंने होर मिसाल कोई सुझदी नहीं कि कोई बंदा राज भाग या दुनियावी सुख सहूलतां नूं मानदियां होइयां भी उच्ची आत्मक अवस्था का मालक होवे, उन्होंने वास्ते उस सिर्फ एक जनक ही होया सीगा, होर कोई मिसाल उन्होंने सुझदी नहीं है। तो वो बार बार गुरु साहबान की सोभा दे विच जनक राज की गल करते हैं। तो इत्थे भी राज योग की गल करदे होए कल सहार कवि कहता है कि मैं कल कवि गुण गाउंदा हाँ, सोहने गुण गाउंदा हाँ उस गुरु नानक दे, जिस गुरु नानक ने राज योग मानिया है कि वो गृहस्थी भी है ते माया तो निर्लेप भी है, वो परमात्मा के नाल जुड़िया भी हुआ है, जो कि उन्होंने वास्ते बड़ी आश्चर्यता वाली गल सी। तो जो गल मैं की है जनक राज की, वो अगले ही सवैये के अंदर वह फिर वर्णन उन्होंने आरंभ ही उत्थों किया है। तो तीसरे सवैये के विच भट्ट कल सहार जी कहते हैं, गावे जनकाद जुगत जोगेश्वर हर रस पूरन सर्ब कला, गावे सनकाद साध सिद्धादिक मुन जन गावे अछल छला, गावे गुण धूम अटल मंडल वै भगत पाए रस जानियो, कब कल सुजस गावो गुरु नानक राज जोग जिन मानियो। हुण इस तीसरे सवैये चो गल शुरू करता है गावे, ते फिर क्रिया है बहुवचन की, गाउंदे हन कौन, जनकाद जनक आदि, जनक राजा जिहड़ा कि उन्हां दी सोच मंडल दे विच एक बहुत उच्ची अवस्था का मालक है, वो राजा भी है, वो जोगी भी है, वो भगत भी है, राज भाग भी संभालता है। तो जनक आदि भी जुगत जोगेश्वर, जुगत जोगेश्वर का मतलब है कि जुगत जुगत का मतलब जुगत उन्होंने समेत जनक आदि भी गाते हैं इन्हों के समेत जोगी हैं, जिहड़े वड्डे जोगी हैं, जोगेश्वर जोगियां दे ईश्वर, जोगियां दे महायोगी, वड्डे वड्डे योगी ते जनक आदिक राजे जिहड़े हैं या भगत योग जनक जिहड़ा है वो भी गुरु नानक दे गुण गाते हैं।
उस गुरु नानक दे जो हर रस पूਰਨ ਸਰਬ ਕਲਾ, जो हरि दे रस दे नाल भरपूर है, हरि रस पूਰਨ, जिस दे गुरु नानक ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਪੂਰਨ ਆਨੰਦ ਵਰਤਿਆ ਹੋਇਆ ਹੈ ਅਤੇ ਜੋ ਸਰਬ ਸ਼ਕਤੀਆਂ ਵਾਲਾ ਹੈ, ਸਾਰੀ ਤਾਕਤ ਵਾਲਾ ਹੈ। ਕਲਾ ਦਾ ਅਰਥ ਹੁੰਦਾ ਸ਼ਕਤੀ। ਜਿਵੇਂ ਦੇਵਤਿਆਂ ਦੇ ਬਾਰੇ ਗੱਲਾਂ ਕਰਨੀਆਂ ਹੋਣ ਜਾਂ ਵੱਡੇ ਹੁੰਦੇ ਉਹਨਾਂ ਕਹਿੰਦੇ ਨੇ ਵੀ ਉਹ ਫਲਾਣਾ 14 ਕਲਾ ਸੰਪੂਰਨ ਦੇਵਤਾ ਹੈ, ਉਹ 16 ਕਲਾ ਸੰਪੂਰਨ ਦੇਵਤਾ ਹੈ। ਤੋ ਇਹ ਕਲਾ ਦਾ ਅਰਥ ਹਿੱਸਾ ਵੀ ਹੁੰਦਾ ਹੈ ਤੇ ਕਲਾ ਦਾ ਅਰਥ ਸ਼ਕਤੀ ਵੀ ਹੁੰਦਾ ਹੈ। ਤੋ ਸਰਬ ਕਲਾ ਦਾ ਮਤਲਬ ਹੋ ਗਿਆ ਜਿਹਦੇ ਸਰਬ ਸ਼ਕਤੀਆਂ, ਸਾਰੀਆਂ ਸ਼ਕਤੀਆਂ ਵਾਲਾ ਹੈ। ਜਿਵੇਂ ਪਰਮਾਤਮਾ ਸਰਬ ਸ਼ਕਤੀਮਾਨ ਹੈ, ਕਿਵੇਂ ਹੀ ਗੁਰੂ ਨਾਨਕ ਦੇ ਅੰਦਰ ਵੀ ਸਰਬ ਸ਼ਕਤੀਆਂ ਹਨ। ਤੋ ਇਹ ਗੱਲ ਭਗਤ ਕੱਲ ਸਹਾਰ ਜੀ ਕਹਿੰਦੇ ਹਨ ਭੱਟ ਕਿ ਹੇ ਗੁਰੂ ਨਾਨਕ ਤੈਨੂੰ ਗਾਉਂਦੇ ਹਨ ਜਨਕ ਆਦਿ ਔਰ ਵੱਡੇ ਜੋਗੀਆਂ ਦੇ ਸਮੇਤ ਉਸ ਗੁਰੂ ਨਾਨਕ ਨੂੰ ਗਾਇਨ ਕਰਦੇ ਹਨ ਕਿ ਉਹ ਗੁਰੂ ਨਾਨਕ ਪਰਮਾਤਮਾ ਦੇ ਰਸ ਦੇ ਨਾਲ, ਪਰਮਾਤਮਾ ਦੇ ਆਨੰਦ ਦੇ ਨਾਲ ਪਰਿਪੂਰਨ ਹੈ, ਹਰੀ ਦੇ ਆਨੰਦ ਦੇ ਨਾਲ ਜਿਹੜਾ ਪਰਿਪੂਰਨ ਹੈ ਅਤੇ ਸਾਰੀ ਸ਼ਕਤੀਆਂ ਦਾ ਮਾਲਕ ਹੈ। ਹੋਰ ਕੀ ਕਹਿੰਦੇ ਹਨ? ਗਾਵੇਂ ਸੰਕਾਦ ਸਾਧ ਸਿਧਾਦਿਕ, ਮੁੰਜਨ ਗਾਵੇਂ ਅਛਲ ਛਲਾ। ਉਸ ਗੁਰੂ ਨਾਨਕ ਨੂੰ ਸਨਕ ਆਦਿ, ਸਨਕ ਜਿਹੜਾ ਹੈ ਉਹ ਬ੍ਰਹਮਾ ਦੇ 4 ਪੁੱਤਰ ਦਾ ਜ਼ਿਕਰ ਆਉਂਦਾ ਹੈ ਇਹਨਾਂ ਦੇ ਲਿਟਰੇਚਰ ਦੇ ਅੰਦਰ। ਸਨਕ, ਸਨੰਦਨ, ਸਨਤ ਕੁਮਾਰ ਤੇ ਸਨਾਤਨ, ਇਹ 4 ਉਹਦੇ ਪੁੱਤਰ ਮੰਨੇ ਜਾਂਦੇ ਹਨ। ਤੇ ਸਨਕ ਆਦਿ ਦਾ ਮਤਲਬ ਇਹ 4ਾਂ ਦੀ ਗੱਲ ਵਿੱਚੇ ਆ ਗਈ। ਸਨਕ ਆਦਿਕ, ਸਨਕ ਆਦਿ 4 ਪੁੱਤਰ ਉਹਦੇ, ਸਨਕ, ਸਨੰਦਨ, ਸਨਤ ਕੁਮਾਰ ਤੇ ਸਨਾਤਨ। ਗਾਵੇਂ ਸਨਕਾਦ, ਸਨਕ ਆਦਿ ਜੋ ਬ੍ਰਹਮਾ ਦੇ ਪੁੱਤਰ ਹਨ ਉਹ ਵੀ ਗੁਰੂ ਨਾਨਕ ਦਾ ਜਸ ਗਾਉਂਦੇ ਹਨ। ਸਾਧ ਲੋਕ, ਸਾਧੂ ਜਿਹੜੇ ਹਨ ਉਹ ਵੀ, ਰਿਸ਼ੀ ਜਿਹੜੇ ਹਨ ਉਹਦੇ ਗੁਣ ਗਾਉਂਦੇ ਹਨ। ਅਤੇ ਸਿੱਧ ਪੁਰਸ਼ ਜਿਨ੍ਹਾਂ ਨੇ ਸਿੱਧੀਆਂ ਹਾਸਲ ਕੀਤੀਆਂ ਹੁੰਦੀਆਂ ਹਨ। ਸਿਧਾਦਿਕ, ਸਿੱਧ ਆਦਿ, ਸਿੱਧ ਲੋਕ ਜਿਹੜੇ ਜਿਨ੍ਹਾਂ ਲੋਕਾਂ ਨੇ ਸਿੱਧੀਆਂ ਹਾਸਲ ਕੀਤੀਆਂ ਹੁੰਦੀਆਂ ਹਨ, ਤਪ ਸਾਧਨਾ ਕਰਕੇ, ਕਈ ਤਰ੍ਹਾਂ ਦੇ ਯੋਗ ਆਸਨ ਕਰਕੇ ਕਈ ਤਰ੍ਹਾਂ ਦੀਆਂ ਸਿੱਧੀਆਂ ਉਹ ਹਾਸਲ ਕਰਦੇ ਹਨ, ਉਹ ਲੋਕ ਵੀ। ਅਤੇ ਮੁਨਜਨ, ਮੁਨੀ ਆਦਿਕ, ਰਿਸ਼ੀ ਮੁਨੀ, ਇਹ ਸਾਰੇ ਸਭ ਤੋਂ ਵਿੱਚੇ ਉਹਨਾਂ ਨੇ ਇੱਕ ਕੈਟੇਗਰੀ ਵਿੱਚ ਲੈ ਲਿਆ ਹੈ ਕਿ ਇਹ ਸਾਰੇ ਵੀ ਗੁਰੂ ਨਾਨਕ ਦਾ ਗੁਣ ਗਾਇਨ ਕਰਦੇ ਹਨ, ਜਿਸ ਗੁਰੂ ਨਾਨਕ ਨੂੰ ਛਲਣ ਵਾਲੀ ਮਾਇਆ ਵੀ ਨਹੀਂ ਛਲ ਸਕੀ। ਗਾਵੇਂ ਅਛਲ ਛਲਾ, ਮੁਨਜਨ ਗਾਵੇਂ ਅਛਲ ਛਲਾ। ਉਹ ਗੁਰੂ ਨਾਨਕ ਜੋ ਅਛਲ ਹੈ, ਜਿਸ ਨੂੰ ਛਲਣ ਵਾਲੀ ਮਾਇਆ, ਛਲਾ ਮਾਇਆ ਜਿਹੜੀ ਹੈ ਉਹ ਛਲ ਨਹੀਂ ਸਕੀ। ਇਹ ਛਲਾ ਜਿਹੜੀ ਹੈ ਸਭ ਨੂੰ ਛਲ ਲੈਂਦੀ ਹੈ, ਆਪਣੇ ਕਬਜ਼ੇ ਵਿੱਚ ਕਰ ਲੈਂਦੀ ਹੈ, ਪਰ ਗੁਰੂ ਨਾਨਕ ਦੇ ਉੱਤੇ ਮਾਇਆ ਵੀ ਕੋਈ ਅਸਰ ਨਹੀਂ ਪਾ ਸਕੀ। ਮਾਇਆ ਨੂੰ ਗੁਰੂ ਨਾਨਕ ਆਪਣੇ ਪ੍ਰਭਾਵ ਹੇਠਾਂ ਨਹੀਂ ਲਿਆ ਸਕੀ। ਐਸੇ ਗੁਰੂ ਨਾਨਕ ਦੇ ਗੁਣ ਸਨਕ ਆਦਿ, ਸਾਧ, ਮੁਨਜਨ, ਸਿੱਧ ਆਦਿਕ ਸਾਰੇ ਗੁਰੂ ਨਾਨਕ ਦੇ ਗੁਣ ਕਹਿੰਦੇ ਹਨ। ਅਗਲੀ ਪੰਕਤੀ ਚ ਕਹਿੰਦੇ ਹਨ ਗਾਵੈ ਗੁਣ ਢੋਮ। ਇੱਥੇ ਹੁਣ ਇੱਕ ਵਚਨ ਦੀ ਕਿਰਿਆ ਹੈ, ਗਾਵੈ, ਗਾਉਂਦਾ ਹੈ। ਗੁਣ ਕੌਣ? ਢੋਮ। ਢੋਮ ਦਾ ਕੀ ਅਰਥ ਹੈ? ਇੱਕ ਰਿਸ਼ੀ ਦਾ ਨਾਮ ਹੈ। ਇਹ ਇੱਕ ਆਦਮੀ, ਇੱਕ ਰਿਸ਼ੀ ਦੀ ਗੱਲ ਹੋ ਰਹੀ ਹੈ। ਢੋਮ ਦੇ ਮੰਮੇ ਨੂੰ ਵੀ ਔਂਕੜ ਹੈ, ਇੱਕ ਵਚਨ ਦਾ ਨਾਉਨ ਹੈ, ਇਸ ਕਰਕੇ ਇੱਕ ਵਚਨ ਦੀ ਕਿਰਿਆ ਆਈ ਹੈ ਗਾਵੈ। ਰੂਪੇ ਦੇ ਉੱਤੇ ਦੁਲਾਈਆਂ, ਗਾਵੈ ਇੱਕ ਵਚਨ ਦੀ ਕਿਰਿਆ ਹੈ, ਗਾਉਂਦਾ ਹੈ। ਢੋਮ ਰਿਸ਼ੀ ਵੀ ਗੁਣ ਗਾਉਂਦਾ ਹੈ। ਜਦੋਂ ਗਾਵੈ ਆਇਆ ਸੀਗਾ ਤਾਂ ਉਦੋਂ ਵਵਾ ਹਾਹੇ ਨੂੰ ਸਿਆਰੀ ਸੀਗੀ, ਉਹ ਬਹੁਵਚਨ ਦੀ ਕਿਰਿਆ, ਗਾਉਂਦੇ ਹਨ। ਇਹ ਗਾਵੈ, ਗਾਉਂਦਾ ਹੈ। ਜਿਵੇਂ ਜਪਜੀ ਦੇ ਅੰਦਰ ਵੀ ਆਉਂਦਾ ਹੈ ਨਾ, ਗਾਵੈ ਤੁਧਨੋਂ ਪੌਣ ਪਾਣੀ ਬੈਸੰਤਰ, ਉੱਥੇ ਗੱਗਾ ਕੰਨਾ ਵਾਵਾ ਹਾਹੇ ਨੂੰ ਸਿਆਰੀ ਹੈ, ਗਾਵੈ ਤੁਧਨੋਂ ਪੌਣ ਪਾਣੀ ਬੈਸੰਤਰ। ਇਹ ਬਹੁਵਚਨ ਹੈ। ਹਵਾ, ਪਾਣੀ ਤੇ ਅੱਗ ਤੈਨੂੰ ਗਾਉਂਦੇ ਹਨ। ਪਰ ਅੱਗੇ ਆਉਂਦਾ ਹੈ ਗਾਵੈ ਰਾਜਾ ਧਰਮ ਦੁਆਰੇ। ਹੁਣ ਇੱਕੋ ਸਿਰਫ ਧਰਮਰਾਜ ਦੀ ਗੱਲ ਹੋ ਰਹੀ ਹੈ ਤਾਂ ਉਹ ਉੱਥੇ ਗਾਵੈ ਆਇਆ ਹੈ, ਵਵੇ ਨੂੰ ਦੁਲਾਈਆਂ ਆਈਆਂ। ਤੋ ਇਹ ਉੱਥੇ ਵੀ ਪਾਠ ਵਿੱਚ ਧਿਆਨ ਰੱਖਣ ਦੀ ਲੋੜ ਹੈ। ਗਾਵੈ ਉਹ ਇੱਕ ਵਚਨ ਦੀ ਕਿਰਿਆ ਹੈ, ਇੱਥੇ ਵੀ ਇੱਕ ਵਚਨ ਦੀ ਕਿਰਿਆ ਹੈ। ਗਾਵੈ ਗੁਣ ਢੋਮ, ਢੋਮ ਰਿਸ਼ੀ ਵੀ ਗੁਣ ਗਾਉਂਦਾ ਹੈ। ਇਹ ਜਿਸਨੇ ਹਾਂ ਗਾਵੈ ਗੁਣ ਢੋਮ ਅਟਲ ਮੰਡਲ ਵੈ। ਤੇ ਹੋਰ ਕੌਣ ਗਾਉਂਦਾ ਹੈ? ਅਟਲ ਮੰਡਲ ਵਾਲਾ ਧਰੂ। ਧਰੂ ਨੂੰ ਅਟਲ ਮੰਡਲ ਵੈ ਕਿਹਾ ਗਿਆ ਹੈ ਕਿਉਂਕਿ ਇਹ ਇੱਕ ਪ੍ਰਚਲਿਤ ਧਾਰਨਾ ਹੈ ਉਹਨਾਂ ਦੀ ਕਿ ਧਰੂ ਭਗਤ ਜਿਹੜਾ ਹੈ ਉਹ ਇੱਕ ਅਟਲ ਤਾਰੇ ਦੇ ਰੂਪ ਦੇ ਵਿੱਚ ਜਾ ਕੇ ਅਸਮਾਨ ਦੇ ਵਿੱਚ ਟਿਕ ਗਿਆ ਹੈ। ਉਹਦਾ ਮੰਡਲ ਅਟਲ ਹੈ। ਜਿਵੇਂ ਅੱਜ ਦੀ ਡੇਟ ਵਿੱਚ ਸਾਇੰਟਿਸਟ ਵੀ ਸਾਰੇ ਇਸ ਗੱਲ ਨੂੰ ਐਕਸੈਪਟ ਕਰਦੇ ਹਨ ਕਿ ਜਿਹੜਾ ਪੋਲ ਸਟਾਰ ਹੈ, ਧਰੂ ਤਾਰਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੀ ਪੋਜੀਸ਼ਨ ਚੇਂਜ ਨਹੀਂ ਹੁੰਦੀ। ਉਹਦੇ ਰੈਫਰੈਂਸ ਵਿੱਚ ਬਾਕੀ ਸਟਾਰਸ ਜਿਹੜੇ ਹਨ ਉਹਨਾਂ ਦੀ ਡਾਇਰੈਕਸ਼ਨ, ਪੋਜੀਸ਼ਨਾਂ ਚੇਂਜ ਹੁੰਦੀਆਂ ਰਹਿੰਦੀਆਂ ਹਨ। ਪਰ ਜਿਹੜਾ ਪੋਲ ਸਟਾਰ ਹੈ ਉਹ
ਇੱਕ ਜਗ੍ਹਾ ਤੇ ਫਿਕਸਡ ਰਹਿੰਦਾ ਹੈ। ਤੋ ਉਹਨੂੰ ਅਸੀਂ ਧਰੂਵ ਤਾਰਾ ਕਹਿੰਦੇ ਹਾਂ। ਤੋ ਉਸੇ ਧਰੂਵ ਦੇ ਬਾਰੇ ਹੀ ਜ਼ਿਕਰ ਕਰਦਿਆਂ ਹੋਇਆ ਇੱਥੇ ਭੱਟ ਜੀ ਕਹਿ ਰਹੇ ਹਨ, ਅਟਲ ਮੰਡਲ ਹੈ, ਜਿਹਦਾ ਮੰਡਲ ਅਟਲ ਹੈ, ਜਿਹਦੀ ਪੋਜੀਸ਼ਨ ਅਟਲ ਰਹਿੰਦੀ ਹੈ, ਜਿਹਦੀ ਹੋਂਦ ਹਿਲਦੀ ਨਹੀਂ ਹੈ। ਤੋ ਉਹ ਵੀ ਗੁਰੂ ਨਾਨਕ ਦੇ ਗੁਣ ਗਾ ਰਿਹਾ ਹੈ। ਧੂਮ ਰਿਸ਼ੀ ਵੀ ਗੁਣ ਗਾ ਰਿਹਾ ਹੈ, ਅਟਲ ਮੰਡਲ ਵਾਲਾ ਧੂਮ ਭਗਤ ਵੀ ਗੁਣ ਗਾ ਰਿਹਾ ਹੈ। ਭਗਤ ਪਾਏ ਰਸ ਜਾਣਿਓ, ਜਿਸ ਗੁਰੂ ਨਾਨਕ ਨੇ ਭਗਤੀ ਵਾਲੇ ਭਾਵ ਦੁਆਰਾ ਹਰੀ ਦੇ ਮਿਲਾਪ ਦਾ ਰਸ ਜਾਣ ਲਿਆ ਹੈ। ਭਗਤ ਪਾਏ ਰਸ ਜਾਣਿਓ, ਉਹ ਇਹ ਗੁਰੂ ਨਾਨਕ ਵਾਸਤੇ ਆਇਆ ਹੈ ਕਿ ਗੁਰੂ ਨਾਨਕ ਨੇ ਭਗਤੀ ਅਤੇ ਪ੍ਰੇਮ ਦੇ ਰਾਹੀਂ ਪਰਮਾਤਮਾ ਦੇ ਪਿਆਰ ਦਾ ਰਸ ਜਿਹੜਾ ਹੈ, ਆਨੰਦ ਜਾਣਿਆ ਹੈ, ਮਾਣ ਲਿਆ ਹੈ। ਤੇ ਅੰਤ ਵਿੱਚ ਫਿਰ ਕਹਿੰਦੇ ਹਨ ਕਿ ਉਹੀ ਗੱਲ ਰਿਪੀਟ ਕਰਦੇ ਹਨ ਜੋ ਦੂਸਰੇ ਸਵਈਏ ਚ ਉਹਨਾਂ ਨੇ ਆਖੀ ਸੀ ਕਿ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਨਿਓ। ਕੱਲ ਕਵੀ ਆਖਦਾ ਹੈ ਕਿ ਮੈਂ ਉਸ ਗੁਰੂ ਨਾਨਕ ਦੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਜੋਗ ਮਾਨਿਆ ਹੈ, ਰਾਜ ਵੀ ਕੀਤਾ ਹੈ ਤੇ ਜੋਗ ਵੀ ਮਾਨਿਆ ਹੈ, ਪਰਮਾਤਮਾ ਨਾਲ ਵੀ ਜੁੜਿਆ ਹੋਇਆ ਹੈ ਅਤੇ ਰਾਜ ਵੀ ਕੀਤਾ ਹੈ। ਇਹ ਰੈਕਰਿੰਗ ਥੀਮ ਹੈ ਭੱਟਾਂ ਦੇ ਸਵਈਆਂ ਦੇ ਅੰਦਰ ਕਿ ਉਹਨਾਂ ਨੇ ਗੁਰੂ ਸਾਹਿਬਾਨ ਦੀ ਉਪਮਾ ਕੀਤੀ ਹੈ ਰਾਜ ਜੋਗੀ ਆਖ ਕੇ, ਰਾਜ ਜੋਗ ਮਾਨਿਓ ਦੀ ਗੱਲ ਕਰਕੇ ਗੁਰੂ ਸਾਹਿਬਾਨ ਦੀ ਉਪਮਾ ਕੀਤੀ ਹੈ। ਭੱਟ ਖਾਲਸਾ ਹਾਰ ਜੀ ਨੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਉਪਮਾ ਇਸੇ ਤਰੀਕੇ ਦੇ ਨਾਲ ਕੀਤੀ ਹੈ। ਉਹਨਾਂ ਦੇ ਵਾਸਤੇ ਬਹੁਤ ਹੈਰਾਨੀ ਦੀ ਗੱਲ ਸੀ ਕਿ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ, ਦੁਨੀਆ ਵਿੱਚ ਰਹਿੰਦਿਆਂ ਹੋਇਆਂ, ਦੁਨੀਆ ਦੇ ਕਾਰ ਵਿਹਾਰ ਕਰਦਿਆਂ ਹੋਇਆਂ ਨਵੇਂ ਸ਼ਹਿਰ ਵੀ ਵਸਾਏ, ਗੁਰਦੁਆਰਿਆਂ ਦੀ ਕਾਰ ਸੇਵਾ ਵੀ ਕਰਵਾਈ, ਗੁਰਦੁਆਰੇ ਬਣਾਏ, ਹੋਰ ਕਈ ਲੋਕਾਂ ਨੂੰ ਕਾਰ ਵਿਹਾਰ ਵਿੱਚ ਲਗਾਇਆ। ਅੰਮ੍ਰਿਤਸਰ ਸ਼ਹਿਰ ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਨੇ ਵਸਾਇਆ ਤਾਂ ਉੱਥੇ ਬੜੇ ਬੜੇ ਦੂਰੋਂ ਦੂਰੋਂ ਵੀ ਉਹਨਾਂ ਨੇ ਸੱਦ ਕੇ ਵਪਾਰੀਆਂ ਨੂੰ, ਦੁਕਾਨਦਾਰਾਂ ਨੂੰ, ਹੋਰ ਕਿੱਤੇ ਕਰਨ ਵਾਲਿਆਂ ਨੂੰ, ਕਾਰੀਗਰਾਂ ਨੂੰ ਬੁਲਾਇਆ, ਸ਼ਹਿਰ ਦੇ ਅੰਦਰ ਵਸਾਇਆ, ਉਹਨਾਂ ਦੀ ਰੋਜ਼ੀ ਰੋਟੀ ਦੇ ਇੰਤਜ਼ਾਮ ਕੀਤੇ, ਸਾਰੇ ਕੰਮ ਕੀਤੇ। तो ये सब कुछ उन्होंने वास्ते बड़ी अचरजता वाली गल सी कि बई कि कोई बंदा ये सारे काम करदियां होइयां भी परमात्मा की भगती दे विच इकमिक हो सकता है। ਉਹਦੇ जीवन के अंदर परमात्मा की जो याद है, जो परमात्मा दा दी वडियाई है, वो ਉਹਦੇ अंदर परमानेंटली टिक सकती है और ये सारे काम भी नाल नाल हो सकते हैं। तो इस करके उन्हों की जो सवइयां के अंदर ये जो राजयोग वाली गल है ये बारंबार रिपीट होंगी है। तो इस सवैये के अंत जो इस तो अगले सवैये के अंत भी भट्ट खालसा हार जी कहते हैं, कब कल सुजस गावों गुरु नानक राज योग जिन मान्यो, मैं कभी कल सोहने गुण गांदा हाँ उस गुरु नानक दे जिसने राज ते जोग मानिया है। राज भी किया है ते परमात्मा दे नाल जुड़िया भी होया है, परमात्मा दे नाल इकमिक भी है। अज दे तिन्ना सवैयां दी जो संखेप विचार नूं असीं एक बारी दोहरा लेंदे हाँ। आरंभ करता है भट्ट खालसा हार परमात्मा की सिफत तो कि मैं एक मन एकाग्र चित होके उस अकाल पुरख का ध्यान करता हाँ जो बख्शिशां का दाता है, जो संतां का सहारा है ते सब जाते प्रगट है, हाजर नाजर है। उस परमात्मा के चरण मैं अपने हिरदे च वसा के ਉਹਦੀ ਵਡਿਆਈਆਂ ਨੂੰ ਹਿਰਦੇ ਵਿੱਚ ਟਿਕਾ ਕੇ मैं परम गुरु नानक जी के गुण गांदा हाँ। फिर मैं वो कहता है कि परम गुरु नानक के गुण गांदा हाँ ਜਿਹੜੇ ਸੁੱਖਾਂ ਦੇ ਸਾਗਰ ਹਨ, ਪਾਪਾਂ ਦਾ ਨਾਸ਼ ਕਰਨ ਵਾਲੇ ਹਨ, ਬਾਣੀ ਦੇ ਸੋਮੇ ਹਨ, ਸ਼ਬਦ ਦੇ ਸੋਮੇ ਹਨ। ਐਸੇ ਗੁਰੂ ਨਾਨਕ ਦੀ ਉਪਮਾ ਉਹ ਲੋਕ ਵੀ ਗਾਉਂਦੇ ਹਨ ਜਿਹੜੇ ਗੰਭੀਰ ਹਨ, ਧੀਰਜਵਾਨ ਹਨ, ਉੱਚੀ ਮੱਤ ਵਾਲੇ ਹਨ। ਜੋਗੀ ਜੰਗਮ ਵੀ ਉਸਦਾ ਗੁਰੂ ਨਾਨਕ ਦਾ ਧਿਆਨ ਧਰ ਕੇ ਗੁਰੂ ਨਾਨਕ ਦੀ ਸਿਫਤ ਕਰਦੇ ਹਨ। ਹੋਰ ਗੁਰੂ ਨਾਨਕ ਦੇ ਗੁਣ ਗਾਉਂਦੇ ਹਨ ਇੰਦਰ ਆਦਿਕ ਦੇਵਤੇ, ਪ੍ਰਹਿਲਾਦ ਆਦਿਕ ਭਗਤ। ਇਹ ਕਹਿ ਕੇ ਗੁਰੂ ਨਾਨਕ ਦੀ ਵਡਿਆਈ ਗਾਉਂਦੇ ਹਨ ਕਿ ਉਸ ਗੁਰੂ ਨਾਨਕ ਨੇ ਆਤਮਕ ਆਨੰਦ ਨੂੰ ਮਾਣਿਆ ਹੈ, ਆਤਮ ਰਸ ਜਾਣਿਆ ਹੈ। तो इसलिए कल कवि जड़ा है गुरु नानक के सोहने गुण गाता है जो कि राजा भी है ते जोगी भी है। ऐसे गुरु नानक के गुण गाते हैं जनक आदि राजे भी जो और उसके उन्होंने जोगियों के समेत जिहड़े वड्डे जोगी हैं, जोगेश्वर हैं, वड्डे वड्डे जोगी हैं, वो भी ये कहते हैं कि गुरु नानक जिहड़ा है वो हरी रस के नाल भरिया होया है, परमात्मा के आत्मक आनंद के नाल परिपूर्ण है ਅਤੇ सब शक्तियों का मालक है। होर गुरु नानक के गुण गाते हैं सनक आदिक ब्रह्मा के पुत्र, सिद्ध लोग, साधु लोग, मुनि जन गाते हैं और इस गल की वडियाई करते हैं
ਕਿ ਸਭ ਨੂੰ ਛਲ ਲੈਣ ਵਾਲੀ ਜਿਹੜੀ ਮਾਇਆ ਹੈ ਉਹ ਗੁਰੂ ਨਾਨਕ ਨੂੰ ਨਹੀਂ ਛਲ ਸਕਦੀ। ਗੁਰੂ ਨਾਨਕ ਦੀ ਵਡਿਆਈਆਂ ਧੂਮ ਰਿਸ਼ੀ ਵੀ ਗਾਉਂਦਾ ਹੈ, ਧਰੂ ਭਗਤ ਵੀ ਗਾਉਂਦਾ ਹੈ। ਉਹ ਵੀ ਇਹ ਗੱਲ ਮੰਨਦੇ ਹਨ ਕਿ ਗੁਰੂ ਨਾਨਕ ਜਿਹੜਾ ਹੈ ਉਸਨੇ ਭਗਤੀ ਦੇ ਪ੍ਰੇਮ ਦੁਆਰਾ ਪਰਮਾਤਮਾ ਦੇ ਆਨੰਦ ਨੂੰ ਜਾਣਿਆ ਹੈ। ਗੁਰੂ ਨਾਨਕ ਪਰਮਾਤਮਾ ਦੇ ਆਨੰਦ ਨੂੰ ਮੰਨਦਾ ਹੈ। तो इसलिए कल कवि जड़ा है वो गुण गाता है, सोहने गुण गाता है गुरु नानक दे, जिसने राज भी किया है, जोग भी मानिया है, वो राजा भी है ते जोगी भी है। तो अज के विचार असीं इत्थे समाप्त करते हाँ। अज के विचार दे विच होईयां भुल्लां भी क्षमा मंगदा हाँ ते नाल ही बेनती करांगा कि जे अज के विचार नाल संबंधित किसी का कोई प्रश्न होवे या कोई सुझाव होवे तो अपना हैंड रेस करके ते अपने आप को अनम्यूट करके अपने विचार रख सकता है जी। एक हैंड रेस